ਦਨਨ ਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਕੜਛੀਆਂ ਫਿਰਨ ਸੁਆਵਣਾ ਜਾਣਨ ਸੁੰਜੀਆਂ ਸੇ ਮੁਖ ਦਿਸਣ ਨਾਨਕ ਰਤੇ ਪ੍ਰੇਮ ਰਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਹਾਜ਼ਰਾ ਹਜੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ, ਗੁਰਮੁਖੋ ਸਤਿਗੁਰੂ ਦੀ ਬੜੀ ਕਿਰਪਾ ਹੈ। ਲੜੀਵਾਰ ਪਾਵਨ ਬਾਣੀ ਦੀ ਚੱਲ ਰਹੀ ਵਿਚਾਰ ਦੇ ਤਹਿਤ ਗੁਜਰੀ ਰਾਗ ਦੀ ਦੂਸਰੀ ਵਾਰ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਵਚਨ ਜੋ ਵਿਚਾਰ ਅਧੀਨ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 521 ਤੇ ਇਸ ਸਮੇਂ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਮੁਖਾਂ ਦੀ ਅਤੇ ਮਨਮੁਖਾਂ ਦੀ ਅਵਸਥਾ ਨੂੰ ਬਿਆਨ ਕਰ ਰਹੇ ਹਨ। ਸੰਸਾਰ ਦੇ ਅੰਦਰ ਜਿਵੇਂ ਆਪਾਂ ਵੇਖਦੇ ਹਾਂ, ਇੱਕ ਮਨੁੱਖ ਗਰੀਬ ਹੈ ਔਰ ਇੱਕ ਅਮੀਰ ਹੈ। ਜਿਵੇਂ ਗਰੀਬ ਅਤੇ ਅਮੀਰ ਮਨੁੱਖ ਦੇ ਜੀਵਨ ਦੇ ਵਿੱਚ ਜੀਵਨ ਨੂੰ ਜੀਵਨ ਦੇ ਢੰਗ ਵਿੱਚ ਬੜਾ ਵੱਡਾ ਫਰਕ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖ ਅਤੇ ਮਨਮੁਖ ਦੇ ਜੀਵਨ ਦੇ ਵਿੱਚ ਬੜਾ ਵੱਡਾ ਅੰਤਰ ਹੁੰਦਾ ਹੈ। ਦੇਖਣ ਨੂੰ ਕਿਰਿਆ ਇੱਕੋ ਜਿਹੀ ਹੈ ਸਰੀਰ ਦੀ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ। ਸ਼ਲੋਕ ਮਹੱਲਾ ਪੰਜਵਾਂ। ਕੜਛੀਆਂ ਫਿਰਨ ਸੁਆਵਣਾ ਜਾਣਨ ਸੁੰਜੀਆਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਨਮੁਖ ਦਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਭੋਜਨ ਦੇ ਵਿੱਚ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ ਕੜਛੀ ਘੁੰਮਦੀ ਹੈ, ਪਰ ਉਸ ਨੂੰ ਭੋਜਨ ਦਾ ਕੋਈ ਸਵਾਦ ਨਹੀਂ ਆਉਂਦਾ, ਕੋਈ ਰਸ ਨਹੀਂ ਆਉਂਦਾ। ਭਾਵੇਂ 36 ਪ੍ਰਕਾਰ ਦੇ ਪਦਾਰਥਾਂ ਦੇ ਵਿੱਚ ਉਹ ਕੜਛੀ ਘੁੰਮਦੀ ਹੈ, ਪਰ ਉਹਨੂੰ ਕਿਸੇ ਵੀ ਪਦਾਰਥ ਦਾ ਕੋਈ ਸਵਾਦ ਨਹੀਂ ਆਉਂਦਾ। ਇਸੇ ਤਰ੍ਹਾਂ ਸੰਸਾਰ ਦੀ ਵਿਦਿਆ ਨੂੰ ਪ੍ਰਾਪਤ ਕਰਕੇ ਜਿਹੜਾ ਮਨਮੁਖ ਜੀਵ ਹੈ
ਉਹ ਭਾਵੇਂ ਆਪਾਂ ਵੇਖਦੇ ਹਾਂ ਧਰਮ ਦੇ ਨਾਂ 'ਤੇ ਵੀ PhD ਇਤਿਆਦਿਕ ਡਿਗਰੀਆਂ ਕਰ ਲੈਂਦੇ ਨੇ, ਪਰ ਉਹਨਾਂ ਨੂੰ ਨਾਮ ਦਾ ਸਵਾਦ ਨਹੀਂ ਆਉਂਦਾ, ਨਾਮ ਦਾ ਰਸ ਨਹੀਂ ਆਉਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਬਾਰੇ ਇਸ ਤਰ੍ਹਾਂ ਲਿਖਦੇ ਨੇ, ਕਹਿੰਦੇ ਰਤਨ ਮਣੀ ਗਲ ਬਾਂਦਰੈ ਕੋ ਕੀਮ ਨਾ ਜਾਣੈ। ਜਿਵੇਂ ਬਾਂਦਰ ਦੇ ਗਲ ਵਿੱਚ ਕਿਸੇ ਨੇ ਕੀਮਤੀ ਹੀਰਿਆਂ ਦੀ ਲਾਲਾਂ ਦੀ ਮਾਲਾ ਪਾ ਦਿੱਤੀ, ਰਤਨ ਮਣੀ ਗਲ ਬਾਂਦਰੈ ਕੋ ਕੀਮ ਨਾ ਜਾਣੈ, ਉਹਨੂੰ ਉਸ ਦੀ ਕੀਮਤ ਦਾ ਪਤਾ ਹੀ ਨਹੀਂ ਲੱਗਾ ਵੀ ਇਹ ਕਿੰਨੀ ਕੀਮਤੀ ਮੈਂ ਆਪਣੇ ਗਲ ਵਿੱਚ ਮਾਲਾ ਪਾਈ ਫਿਰਦਾ ਹਾਂ। ਕੜਛੀ ਸੁਆਵ ਨਾ ਸੰਭਲੈ ਭੋਜਨ ਰਸ ਖਾਣੈ। ਭਾਈ ਗੁਰਦਾਸ ਜੀ ਨੇ ਵੀ ਕੜਛੀ ਦਾ ਪ੍ਰਮਾਣ ਦਿੱਤਾ ਹੈ। ਕੜਛੀ ਭੋਜਨਾਂ ਦੇ ਵਿੱਚ ਘੁੰਮਦੀ ਹੈ, ਭੋਜਨ ਤਿਆਰ ਹੁੰਦੇ ਨੇ, ਪਰ ਖਾਣ ਵਾਲੇ ਨੂੰ ਤਾਂ ਬੜਾ ਸਵਾਦ ਆਉਂਦਾ ਹੈ, ਰਸ ਆਉਂਦਾ ਹੈ। ਕੜਛੀ ਨੂੰ ਕੋਈ ਸਵਾਦ ਰਸ ਨਹੀਂ ਆਉਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁੱਜਰ ਗੋਰ ਸਵੇਸ ਕੈ ਖਲ ਸੂੜੀ ਆਣੈ। ਜਿਹੜਾ ਗੁੱਜਰ ਹੈ ਉਹ ਦੁੱਧ ਵੇਚ ਕੇ, ਦੁੱਧ ਵਰਗੇ ਕੀਮਤੀ ਪਦਾਰਥ ਨੂੰ ਵੇਚ ਕੇ ਖਲ ਸੂੜੀ ਲੈ ਆਉਂਦਾ ਹੈ। ਇਸੇ ਤਰ੍ਹਾਂ ਜਿਹੜਾ ਮਾਲਮੁਖ ਹੈ ਉਹ ਲਾਭ ਨਹੀਂ ਲੈ ਸਕਦਾ ਇਸ ਮਨੁੱਖਾ ਜੀਵਨ ਤੋਂ। ਉਹ ਗੱਲਾਂ ਬੜੀਆਂ ਕਰਦਾ ਹੈ, ਪਰ ਉਹਦੇ ਜੀਵਨ ਵਿੱਚ ਕੋਈ ਜੀਵਨ ਦਾ ਰਸ ਨਹੀਂ ਹੁੰਦਾ, ਕਿਉਂਕਿ ਉਹਦੇ ਕੋਲ ਨਾਮ ਨਹੀਂ ਹੈ, ਸਿਮਰਨ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਈ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਪਹਿਲਾਂ ਮਨਮੁਖ ਦੀ ਅਵਸਥਾ ਬਿਆਨ ਕੀਤੀ ਹੈ ਕਿ ਮਨਮੁਖ ਕਿੰਨਾ ਵੀ ਗਿਆਨਵਾਨ ਕਿਉਂ ਨਾ ਹੋਵੇ, ਬਲਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅੱਤ ਦਾ ਗਿਆਨੀ ਹੋਵੇ, ਅੱਤ ਦਾ ਗਿਆਨੀ ਵੀ ਉਹਦੇ ਵਰਗਾ ਗਿਆਨ ਕਿਸੇ ਕੋਲ ਨਾ ਹੋਵੇ। 5 ਗੁਣ ਦੱਸੇ ਨੇ, ਇਹ 5 ਗੁਣਾਂ ਵਿੱਚ ਉਹ ਅੱਤ ਦਾ ਜਿਹੜਾ ਹੈ ਇਹਨਾਂ ਚੀਜ਼ਾਂ ਵਿੱਚ ਉਹਨੂੰ ਪ੍ਰਾਪਤੀ ਹੋਏ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ। ਮਿਰਤਕ ਗਈ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਹੜਾ ਗੁਰਮੁਖ ਹੈ ਸਈ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਉਹੀ ਮਨੁੱਖ ਮੁਖ ਸੋਹਣੇ ਹਨ ਜਿਹੜੇ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਰਤੇ ਹੋਏ ਹਨ। ਉਹ ਮਨੁੱਖ ਦਾ ਚਿਹਰਾ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਹੈ, ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਹੈ, ਸਿਮਰਨ ਹੈ। ਜਿਹਦੇ ਕੋਲ ਸਿਮਰਨ ਨਹੀਂ ਹੈ, ਨਾਮ ਦੀ ਕਮਾਈ ਨਹੀਂ ਹੈ, ਉਹ ਮਨੁੱਖ ਗੁਰਬਾਣੀ ਨੇ ਆਖਿਆ ਹੈ, ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਣ ਨਾਉ। ਉਹ ਮਨੁੱਖ ਬੜੇ ਡਰਾਵਣੇ ਨੇ। ਬਲਕਿ ਇਹ ਵੀ ਆਖਿਆ ਹੈ ਬਾਣੀ ਦੇ ਵਿੱਚ, ਜੇ ਤੁਸੀਂ ਭੂਤ ਵੇਖਣੇ ਹੋਣ, ਜਿੰਨ ਵੇਖਣੇ ਹੋਣ, ਚੁੜੇਲਾਂ ਵੇਖਣੀਆਂ ਹੋਣ, ਤੇ ਗੁਰਬਾਣੀ ਨੇ ਆਖਿਆ ਜਿਹੜੇ ਇਸਤਰੀ ਪੁਰਸ਼ ਨਾਮ ਨਹੀਂ ਜਪਦੇ ਉਹ ਭੂਤਾਂ ਦੀ ਤਰ੍ਹਾਂ ਹਨ, ਉਹ ਜਿੰਨਾਂ ਦੀ ਤਰ੍ਹਾਂ ਹਨ। ਜਿਵੇਂ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰੀ ਧੀ ਜਨੋਰਾ, ਜੋਰੂ ਜਿਨ੍ਹਾਂ ਦਾ ਸਰਦਾਰ। ਮਹਾਰਾਜ ਕਹਿੰਦੇ ਕਲਯੁਗ ਦਾ ਐਸਾ ਸਮਾਂ, ਧੀਆਂ ਪੁੱਤਰ ਵੀ ਜਿੰਨ ਬਣੇ ਬੈਠੇ ਹਨ। ਜਿੰਨ ਦਾ ਕੰਮ ਕੀ ਹੁੰਦਾ ਹੈ? ਦੂਜਿਆਂ ਦਾ ਲਹੂ ਪੀਣਾ। ਜਿੰਨ ਭੂਤ ਪ੍ਰੇਤ ਇਹ ਜਿਹੜੇ ਕੀ ਕਰਦੇ ਨੇ? ਦੂਜਿਆਂ ਦਾ ਲਹੂ ਪੀਂਦੇ ਨੇ। ਔਰ ਲਹੂ ਵੀ ਇਸ ਤਰੀਕੇ ਨਾਲ ਪਤਾ ਪੀਂਦੇ ਨੇ, ਪਤਾ ਵੀ ਨਹੀਂ ਲੱਗਣ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦੇ ਵਿੱਚ ਅੱਜ ਧੀਆਂ ਪੁੱਤਰ ਇਸਤਰੀਦਾਰ ਇਸ ਤਰ੍ਹਾਂ ਦੇ ਹੋ ਗਏ ਨੇ, ਇਸਤਰੀ ਪੁਰਸ਼ ਵੀ ਇਸ ਤਰ੍ਹਾਂ ਦੇ ਹੋ ਗਏ ਨੇ।
ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ, ਧੀ ਜਨੂਰੀ ਜੋਰੂ, ਜਿਨ੍ਹਾਂ ਦਾ ਸਰਦਾਰ। ਸਾਰੇ ਇਸੇ ਤਰ੍ਹਾਂ ਹੋ ਗਏ ਨੇ। ਰਿਸ਼ਤੇ ਦੀ ਕਦਰੋ ਕੀਮਤ ਨਹੀਂ ਰਹਿ ਗਈ। ਰਿਸ਼ਤਿਆਂ ਦੀ ਕਦਰ ਕੀਮਤ ਕਦੋਂ ਹੋਵੇਗੀ? ਜਦੋਂ ਆਪਾਂ ਰੱਬ ਦੇ ਨਾਲ ਜੁੜਾਂਗੇ, ਸਤ ਸੰਗਤ ਕਰਾਂਗੇ, ਨਾਮ ਜਪਾਂਗੇ। ਇੱਥੋਂ ਸਾਨੂੰ ਗਿਆਨ ਮਿਲਦਾ ਹੈ। ਤੇ ਮਨੁੱਖ ਦੇ ਕੋਲ ਜਦੋਂ ਆਤਮਿਕ ਜੀਵਨ ਨਾ ਹੋਵੇ, ਨਾ ਉਹ ਮਾਂ ਪਿਓ ਕਿਸੇ ਦੀ ਵੀ ਸਤਿਕਾਰ ਨਹੀਂ ਕਰਦਾ। ਭੂਤਾਂ ਦੀ ਤਰ੍ਹਾਂ ਹੋ ਜਾਂਦਾ ਹੈ, ਪ੍ਰੇਤਾਂ ਦੀ ਤਰ੍ਹਾਂ ਹੋ ਜਾਂਦਾ ਹੈ, ਜਿੰਨਾਂ ਦੀ ਤਰ੍ਹਾਂ ਹੋ ਜਾਂਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ, ਕਬੀਰ ਜੇ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਰਖੇ, ਭੂਤ ਵਸੈ ਤਿਨ ਮਾਏ। ਜਿਹੜੇ ਘਰਾਂ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਨਾਮ ਨਹੀਂ ਜਪਿਆ ਜਾਂਦਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਉਹ ਇਸ ਤਰ੍ਹਾਂ ਨੇ ਜਿਵੇਂ ਸ਼ਮਸ਼ਾਨ ਘਾਟ ਹੁੰਦੇ ਨੇ। ਤੇ ਉੱਥੇ ਰਹਿਣ ਵਾਲੇ ਲੋਕ ਕੌਣ ਨੇ? ਭੂਤ ਪ੍ਰੇਤ। ਕਬੀਰ ਜੇ ਕਰ ਸਾਧਨਾ ਸੇਵੀਐ, ਕਿਸੇ ਰੱਬ ਦੇ ਪਿਆਰੇ ਦੀ ਸੇਵਾ ਨਹੀਂ, ਕਦੇ ਅੰਨ ਪਾਣੀ ਛਕਾਇਆ ਨਹੀਂ, ਕਦੇ ਕੋਈ ਟਹਿਲ ਪਾਣੀ ਨਹੀਂ, ਤੇ ਰੱਬ ਦੀ ਬੰਦਗੀ ਨਹੀਂ, ਨਾਮ ਸਿਮਰਨ ਨਹੀਂ ਹੈ। ਕਬੀਰ ਜੇ ਘਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਰਖੇ, ਭੂਤ ਵਸੈ ਤਿਨ ਮਾਹੇ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਸੰਸਾਰ ਫਿਰ ਕੇ ਵੇਖਿਆ, ਕਬੀਰ ਜੈ ਜੈ ਹੋਂ ਫਿਰਿਓ, ਕੌਤਕ ਠਾਏ ਠਾਏ। ਇੱਕ ਰਾਮ ਸਨੇਹੀ ਬਾਰਾ, ਉਜਰ ਮੇਰੇ ਭਾਏ। ਭਗਤ ਕਬੀਰ ਸਾਹਿਬ ਕਹਿੰਦੇ ਜਿੱਥੇ ਮਰਜ਼ੀ ਵੇਖ ਲਓ, ਇਹ ਲੱਗਦਾ ਵੀ ਬੜੇ ਰੰਗ ਤਮਾਸ਼ੇ ਹੋ ਰਹੇ ਨੇ ਦੁਨੀਆ ਵਿੱਚ, ਬੜੇ ਸੋਹਣੇ ਬਾਜ਼ਾਰ ਸਜੇ ਨੇ, ਪਰ ਅੰਦਰਲੀ ਅੱਖ ਨਾਲ ਵੇਖੋਗੇ ਇਹ ਤਾਂ ਬੜੀਆਂ ਡਰਾਵਣੀਆਂ ਥਾਵਾਂ ਹਨ। ਜਿਹੜੀਆਂ ਆਪਾਂ ਨੂੰ ਸੋਹਣੀਆਂ ਲੱਗ ਰਹੀਆਂ ਨੇ ਨਾ, ਇਹ ਜਦੋਂ ਅੰਦਰਲੀ ਅੱਖ ਨਾਲ ਵੇਖਾਂਗੇ ਤੇ ਬੜਾ ਡਰ ਆਵੇਗਾ ਇਹਨਾਂ ਥਾਵਾਂ ਤੋਂ। ਕਬੀਰ ਜੈ ਜੈ ਹੋਂ ਫਿਰਿਓ, ਕੌਤਕ ਠਾਓ ਠਾਏ, ਇੱਕ ਰਾਮ ਸਨੇਹੀ ਬਾਰਾ, ਉਜਰ ਮੇਰੇ ਭਾਏ। ਮੇਰੇ ਭਾਣੇ ਤਾਂ ਇਹ ਉਜਾੜਾਂ ਬੀਆਂ ਬਾਨ ਹਨ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮਨੁੱਖ ਕਿੱਥੇ ਸੋਹਣਾ ਹੋ ਸਕਦਾ ਹੈ? ਸੇ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ, ਉਹ ਮਨੁੱਖ ਸੋਹਣੇ ਹਨ। ਉਹ ਸਾਰਿਆਂ ਨੂੰ ਸੁੰਦਰ ਦਿਸਦੇ ਹਨ ਜਿਨ੍ਹਾਂ ਦੇ ਕੋਲ ਵਾਹਿਗੁਰੂ ਦੀ ਭਗਤੀ ਹੈ, ਪ੍ਰੇਮ ਰਸ ਹੈ। ਮਹੱਲਾ ਪੰਜਵਾਂ। ਖੋਜੀ ਲੱਦਮ ਖੋਜ, ਛੱਡੀਆ ਉਜਾੜ। ਜਿਨ੍ਹਾਂ ਵਿਕਾਰਾਂ ਨੇ ਮੈਨੂੰ ਉਜਾੜਿਆ ਹੋਇਆ ਸੀ, ਹਰ ਸਮੇਂ ਉਜਾੜ ਰਹੇ ਸੀ, ਨੁਕਸਾਨ ਪਹੁੰਚਾ ਰਹੇ ਸੀ, ਉਹਨਾਂ ਨੂੰ ਮੈਂ ਲੱਭ ਲਿਆ ਹੈ, ਉਹਨਾਂ ਦੀ ਪੈੜ ਲੱਭ ਲਈ ਹੈ। ਜਿਹੜੇ ਰੋਜ਼ ਘਰ ਵਿੱਚ ਆ ਕੇ ਡਾਕਾ ਮਾਰ ਕੇ ਸਾਡਾ ਸਮਾਨ ਚੁੱਕ ਲੈ ਜਾਂਦੇ ਸੀ ਨਾ, ਉਹਨਾਂ ਦੀ ਪੈੜ ਲੱਭ ਲਈ ਹੈ। ਪਰ ਲੱਭੀ ਕਿਵੇਂ ਹੈ? ਗੁਰੂ ਦੇ ਦੁਆਰਾ। ਭਾਵ ਜਿਹੜੇ ਵਿਕਾਰ ਰੋਜ਼ ਸਾਡੇ ਅੰਦਰੋਂ ਦੈਵੀ ਗੁਣਾਂ ਨੂੰ ਚਰਾਉਂਦੇ ਹਨ, ਸਾਡੇ ਕੀਤੇ ਹੋਏ ਨਿਤਨੇਮ ਨੂੰ ਲੁੱਟ ਕੇ ਲੈ ਜਾਂਦੇ ਨੇ, ਕੀਤੀ ਹੋਈ ਸੇਵਾ ਨੂੰ ਲੁੱਟ ਕੇ ਲੈ ਜਾਂਦੇ ਨੇ, ਪੜ੍ਹੀ ਹੋਈ ਬਾਣੀ ਨੂੰ ਲੁੱਟ ਕੇ ਲੈ ਜਾਂਦੇ ਨੇ, ਚੰਗੇ ਗੁਣਾਂ ਨੂੰ ਲੁੱਟ ਕੇ ਲੈ ਜਾਂਦੇ ਨੇ, ਜਪ ਤਪ ਨੂੰ ਲੁੱਟ ਕੇ ਲੈ ਜਾਂਦੇ ਨੇ। ਉਹਨਾਂ ਦੀ ਪੈੜ ਲੱਭ ਲਈ ਵੀ ਸਾਨੂੰ ਨੁਕਸਾਨ ਇਹ ਪਹੁੰਚਾ ਰਹੇ ਨੇ। ਪਰ ਉਹ ਲੱਭੇ ਕਿਵੇਂ ਨੇ? ਗੁਰੂ ਦੁਆਰਾ। ਜਦੋਂ ਕਿਸੇ ਦੇ ਘਰ ਚੋਰੀ ਹੁੰਦੀ, ਉਹ ਕੀ ਕਰਦਾ ਹੈ? ਪੁਲਿਸ ਚੌਂਕੀ ਵਿੱਚ ਜਾਂਦਾ ਹੈ, ਜਾ ਕੇ ਨਾ ਆਪਣੀ ਦਰਖਾਸਤ ਦਿੰਦਾ ਬਈ ਮੇਰੇ ਘਰ ਇੱਦਾਂ ਚੋਰੀ ਹੋ ਗਈ ਹੈ। ਖੇਤਾਂ ਵਿੱਚ ਹੋਵੇ, ਫੈਕਟਰੀ ਵਿੱਚ ਹੋਵੇ, ਕਿਤੇ ਵੀ ਹੋਵੇ, ਜੇ ਵਾਰ-ਵਾਰ ਹੁੰਦੀ ਹੋਵੇ ਤੇ ਉਹ ਜਾ ਕੇ ਦਰਖਾਸਤਾਂ ਦਿੰਦਾ, ਵਾਰ-ਵਾਰ ਜੀ ਇੱਦਾਂ ਮੇਰਾ ਨੁਕਸਾਨ ਹੋ ਰਿਹਾ ਹੈ, ਮੇਰਾ ਬਚਾਅ ਕਰੋ। ਆਪਾਂ ਵੇਖਦੇ ਹਾਂ ਜੇ ਕਿਸੇ ਨੂੰ ਇਹ ਖਤਰਾ ਹੋਵੇ ਕਿ ਮੈਨੂੰ ਕੋਈ ਮਾਰ ਦੇਗਾ, ਤੇ ਸਰਕਾਰ ਕੋਲ ਜਾ ਕੇ ਅਰਜ਼ੀ ਦਿੰਦਾ ਮੈਨੂੰ ਬਚਾਓ ਜੀ। ਸਰਕਾਰ ਫਿਰ ਉਹਨੂੰ ਪ੍ਰੋਟੈਕਸ਼ਨ ਦਿੰਦੀ ਹੈ। ਸਰਕਾਰ ਫਿਰ ਉਹਦੀ ਰੱਖਿਆ ਵਾਸਤੇ 2-4 ਪੁਲਿਸ ਦੇ ਕਰਮਚਾਰੀ ਲਾ ਦਿੰਦੀ ਵੀ ਇਸ ਬੰਦੇ ਨੂੰ ਬਚਾਉਣਾ ਹੈ, ਇਹਨੂੰ ਕੋਈ ਮਾਰੇ ਨਾ। ਇਸੇ ਤਰ੍ਹਾਂ
ਜਦੋਂ ਸਤ ਸੰਗਤ ਕੀਤੀ, ਪਤਾ ਲੱਗ ਗਿਆ ਵੀ ਮੈਂ ਬੰਦਗੀ ਕਰਦਾ ਹਾਂ, ਬਾਣੀ ਪੜ੍ਹਦਾ, ਸੇਵਾ ਕਰਦਾ ਹਾਂ, ਇਹ ਵਿਕਾਰ ਆ ਕੇ ਨਾ ਰੋਜ਼ ਚੁੱਪ ਚਪੀਤੇ ਲੁੱਟ ਲੈ ਜਾਂਦੇ ਨੇ। ਆਪਾਂ ਨੂੰ ਪਤਾ ਵੀ ਨਹੀਂ ਲੱਗਦਾ। ਆਪਾਂ ਬਾਣੀ ਪੜ੍ਹੀ, ਨਿਤਨੇਮ ਕੀਤਾ, ਅੰਮ੍ਰਿਤ ਵੇਲਾ ਸੰਭਾਲਿਆ, ਰਸਤੇ ਵਿੱਚ ਐਵੇਂ ਕਿਹਦੀਆਂ ਚੁਗਲੀਆਂ ਕਰਨ ਲੱਗ ਪਏ, ਪਤਾ ਵੀ ਨਹੀਂ ਲੱਗਾ ਕਦੋਂ ਆ ਕੇ ਵਿਕਾਰ ਸਾਡਾ ਸ਼ੁਭ ਗੁਣ ਲੁੱਟ ਲੈ ਗਏ। ਨਿੰਦਿਆ ਕਰਨ ਲੱਗ ਪਏ, ਐਵੇਂ ਵਿਅਰਥ ਦੀਆਂ ਗੱਲਾਂ ਕਰਨ ਲੱਗ ਪਏ, ਕਿਸੇ ਦੀ ਨਿੰਦਿਆ ਕਰਨ ਲੱਗ ਪਏ। ਬਾਣੀ ਪੜ੍ਹੀ ਜ਼ਰੂਰ ਸੀ, ਨਾਮ ਜਪਿਆ ਜ਼ਰੂਰ ਸੀ, ਉਹ ਧਨ ਕਮਾ ਕੇ ਲਿਆਂਦਾ ਘਰ ਜ਼ਰੂਰ ਸੀ, ਪਰ ਮਾੜਾ ਜਿਹਾ ਅਵੇਸਲੇ ਹੋਏ, ਚੋਰ ਆ ਕੇ ਲੁੱਟ ਲੈ ਗਏ। ਚੋਰ ਤੇ ਠੱਗ ਤੇ ਡਾਕੂ ਆਪਾਂ ਸੁਣਦੇ ਹਾਂ ਨਾ, ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ ਲੋਕ। ਚੋਰ, ਜਦੋਂ ਬੰਦਾ ਨੀਂਦਰ ਵਿੱਚ ਸੁੱਤਾ ਹੁੰਦਾ ਹੈ ਜਾਂ ਉੱਥੇ ਨਾ ਹੋਵੇ ਹਾਜ਼ਰ, ਤਾਂ ਚੋਰ ਆ ਕੇ ਪਿੱਛੋਂ ਵੇਚਦੇ ਰਹਿੰਦੇ ਨੇ, ਉਹ ਚੋਰੀ ਕਰਕੇ ਲੈ ਜਾਂਦੇ ਨੇ। ਠੱਗ ਬੰਦੇ ਦੇ ਨਾਲ ਹੁੰਦੇ ਨੇ, ਜਾਗਦੇ ਹੋਏ ਬੰਦੇ ਨੂੰ ਲੁੱਟ ਲੈਂਦੇ ਨੇ। ਉਹਨੂੰ ਕਹਿਣਗੇ ਤੂੰ ਤਾਂ ਬੜਾ ਬੰਦਾ ਚੰਗਾ, ਤੇਰੇ ਵਰਗਾ ਕੋਈ ਹੈ ਹੀ ਨਹੀਂ, ਮਿੱਤਰ ਬਣ ਕੇ ਲੁੱਟਣਗੇ ਠੱਗ ਬੰਦੇ। ਜਿਹੜੇ ਡਾਕੂ ਨੇ ਉਹ ਘੇਰ ਕੇ ਲੁੱਟ ਲੈਂਦੇ ਨੇ। ਬੰਦਾ ਕਿਤੇ ਜਾ ਰਿਹਾ ਜਾਂ ਘਰ ਵਿੱਚ ਵੀ ਹੈ, ਆਸੇ ਪਾਸੇ ਘੇਰਾ ਪਾ ਲੈਂਦੇ ਨੇ, ਉਹਨੂੰ ਆਵਾਜ਼ ਵੀ ਨਹੀਂ ਕੱਢਣ ਦਿੰਦੇ, ਆ ਕੇ ਘੇਰ ਲੈਂਦੇ ਨੇ, ਕਹਿੰਦੇ ਜੋ ਕੁਝ ਹੈਗਾ ਰੱਖ ਦੇ। ਇਹ ਵਿਕਾਰ ਵੀ ਕਈ ਤਰ੍ਹਾਂ ਸਾਨੂੰ ਲੁੱਟਦੇ ਨੇ। ਕਿਤੇ ਮਾੜੇ ਜੇ ਅਵੇਸਲੇ ਹੋ ਗਏ, ਸੁਚੇਤ ਨਾ ਹੋਏ, ਤਾਂ ਕਿਤੇ ਇਹ ਵਿਕਾਰ ਸਾਨੂੰ ਘੇਰ ਲੈਂਦੇ ਨੇ। ਇਸੇ ਥਾਂ 'ਤੇ ਬੰਦਾ ਚਲਾ ਜਾਂਦਾ, ਉੱਥੇ ਗੱਲਾਂ ਹੀ ਵਿਕਾਰਾਂ ਦੀਆਂ ਨੇ, ਕਿਤੇ ਕਿਸੇ ਤਰ੍ਹਾਂ, ਕਿਸੇ ਕਿਤੇ ਤਰ੍ਹਾਂ। ਮਹਾਰਾਜ ਕਹਿੰਦੇ ਗੁਰਮੁਖਾਂ ਨੇ ਉਹ ਲੱਭ ਲਈ ਉਹਨਾਂ ਦੀ ਪੈੜ ਵੀ, ਇਹ ਕਿੱਥੋਂ ਆਉਂਦੇ ਨੇ, ਕਿੱਥੇ ਜਾਂਦੇ ਨੇ, ਕਿਵੇਂ ਲੁੱਟਦੇ ਨੇ। ਖੋਜੀ ਲੱਦਮ ਖੋਜ, ਛੱਡੀਆ ਉਜਾੜ। ਜਿਨ੍ਹਾਂ ਨੇ ਸਾਨੂੰ ਉਜਾੜਿਆ ਹੋਇਆ ਸੀ, ਮਹਾਰਾਜ ਕਹਿੰਦੇ ਤੈਂ ਸਹਿ ਦਿੱਤੀ ਵਾੜ, ਨਾਨਕ ਖੇਤ ਨਾ ਛਿਜਈ। ਜਦੋਂ ਸੱਚੇ ਗੁਰੂ ਨਾਲ ਜੁੜ ਗਏ, ਬੇਨਤੀ ਕੀਤੀ ਮਹਾਰਾਜ ਰਾਖ ਪਿਤਾ ਪ੍ਰਭ ਮੇਰੇ, ਮੋਏ ਨਿਰਗੁਣ ਸਭ ਗੁਣ ਤੇਰੇ, ਮੇਰੀ ਰੱਖਿਆ ਕਰੋ। ਤਾਂ ਸੱਚੇ ਗੁਰੂ ਨੇ ਕੀ ਕਰ ਦਿੱਤਾ, ਖੇਤ ਦੇ ਦੁਆਲੇ ਵਾੜ ਕਰ ਦਿੱਤੀ। ਵਾੜ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਜਿਹੜੇ ਚੀੜੀਆਂ ਜਾਨਵਰ ਬੂਟਿਆਂ ਨੂੰ ਦਾਣੇ ਖਾ ਜਾਂਦੇ ਨੇ, ਉਹਨਾਂ ਵਾਸਤੇ ਇਹਨਾਂ ਵਿੱਚ ਡਰਾਵਣਾ ਬਣਾ ਕੇ ਖਿਲਾਰ ਦਿੱਤਾ ਜਾਂਦਾ ਹੈ। ਜਾਂ ਜਿਹੜੀ ਵਾੜ ਹੈ, ਆਪਾਂ ਵੇਖਦੇ ਹਾਂ ਬਹੁਤਾ ਖਤਰਨਾਕ ਕੰਮ ਹੋਵੇ ਨਾ ਤੇ ਚਾਰ ਦੀਵਾਰੀ ਕਰ ਦਿੱਤੀ ਜਾਂਦੀ। ਤੁਸੀਂ ਵੇਖਿਆ ਹੋਣਾ ਕਈ ਬਗੀਚੇ, ਬਾਗ ਜਾਂ ਕਈ ਖੇਤਾਂ ਦੁਆਰਾ ਵੱਡੇ ਵੱਡੇ ਜਿਨ੍ਹਾਂ ਦੀ ਪ੍ਰਾਪਰਟੀ ਹੈ, ਉਹ ਦੀਵਾਰ ਕਰ ਦਿੰਦੇ ਨੇ ਵੀ ਕੋਈ ਜਾਨਵਰ ਆ ਕੇ ਵੜੇ ਨਾ ਇੱਥੋਂ। ਜਾਂ ਤਾਰਾਂ ਦੀ ਵਾੜ ਲਾ ਦਿੱਤੀ ਜਾਂਦੀ ਹੈ, ਕੰਡਿਆਲੀਆਂ ਤਾਰਾਂ ਦੀ ਵਾੜ ਲਾ ਦਿੱਤੀ ਜਾਂਦੀ ਹੈ। ਸੱਚੇ ਸਤਿਗੁਰੂ ਨੇ ਕੀ ਕਰ ਦਿੱਤਾ, ਤੈ ਤੈ ਦਿੱਤੀ ਵਾੜ, ਨਾਨਕ ਖੇਤ ਨਾ ਛਿਜੀ। ਵਾੜ ਕਰ ਦਿੱਤੀ ਸਾਡੇ ਆਲੇ ਦੁਆਲੇ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਜਦੋਂ ਆਪਾਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਗੁਰੂ ਦਾ ਸ਼ਬਦ ਸਾਡੀ ਰਾਖੀ ਕਰੇਗਾ। ਉਸ ਮਾਲਕ ਨੇ ਕਿਰਪਾ ਕਰ ਦਿੱਤੀ। ਹੁਣ ਸਾਡਾ ਖੇਤ, ਹਿਰਦੇ ਰੂਪੀ ਖੇਤ ਛਿਜਦਾ ਨਹੀਂ ਹੈ, ਭਾਵ ਉਜੜਦਾ ਨਹੀਂ ਹੈ। ਕੀਤੀ ਹੋਈ ਬੰਦਗੀ, ਜਪ ਤਪ, ਸੇਵਾ ਸਿਮਰਨ, ਇਹਨੂੰ ਕੋਈ ਵਿਕਾਰ ਲੁੱਟ ਨਹੀਂ ਸਕਦਾ। ਕਹਿੰਦੇ ਹਨ ਕਿ ਜਿਸ ਸਮੇਂ ਰਾਜੇ ਅੱਜ ਨੇ ਇੱਕ ਮਹਾਤਮਾ ਨੂੰ ਲਿਦ ਪਾ ਕੇ ਦੇ ਦਿੱਤੀ ਨਾ, ਤੇ ਉਹ ਸ਼ਰਾਬ ਲੱਗ ਗਿਆ। ਕਹਿੰਦੇ ਸਮਾਂ ਪਾ ਕੇ ਉਹਨੂੰ ਜਦੋਂ ਪਤਾ ਲੱਗਾ ਵੀ ਇਹ ਮੈਨੂੰ ਖਾਣੀ ਪਏਗੀ, ਤੇ ਉਹ ਉਸੇ ਮਹਾਤਮਾ ਕੋਲ ਗਿਆ, ਤੇ ਉਹ ਮਹਾਤਮਾ ਦੇ ਕੋਲ ਚਰਨਾਂ 'ਚ ਡਿੱਗ ਪਿਆ, ਜੀ ਮੇਰੇ ਤੋਂ ਇਹ ਪਾਪ ਹੋਇਆ ਸੀ ਤੇ ਮੈਂ ਕਿਵੇਂ ਬਖਸ਼ਿਆ ਜਾਵਾਂਗਾ। ਉਹ ਕਹਿੰਦੇ ਵੀ ਤੂੰ ਆਪਣੀ ਨਿੰਦਿਆ ਕਰਾ ਲੋਕਾਂ ਕੋਲੋਂ। ਗੁਰਬਾਣੀ ਵਿੱਚ ਬਚਨ ਆਉਂਦਾ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਰਾਜਾ ਅੱਜ ਉਹ ਜਦੋਂ ਭਿੱਖਿਆ ਦਿੱਤੀ ਹੋਈ ਉਹਨੂੰ ਖਾਣੀ ਪਈ ਨਾ, ਤੇ ਬੜਾ ਰੋਇਆ। ਜਿਹੜੀ ਦਾਨ ਕੀਤੀ ਸੀ ਲਿਦ, ਉਹ ਖਾਣੀ ਪਈ। ਉਹ ਕਿਵੇਂ ਹੋਇਆ, ਜਦੋਂ ਜਿਵੇਂ ਜਿਵੇਂ ਲੋਕਾਂ ਨੇ ਨਿੰਦਿਆ ਕੀਤੀ ਉਹ ਘਟ ਗਈ, ਜਿਹੜੀ ਦਾਨ ਕੀਤੀ ਉਹ ਬਾਕੀ ਰਹਿ। ਕਹਿੰਦੇ ਇੱਦਾਂ ਕਰ, ਤੇਰੇ ਸ਼ਹਿਰ ਵਿੱਚ ਇੱਕ ਗੁਰਮੁਖ ਬੰਦਾ ਰਹਿੰਦਾ ਹੈ,
ਤਰਖਾਣ ਹੈ ਉਹ ਨਿੰਦਿਆ ਨਹੀਂ ਕਰਦਾ ਕਿਸੇ ਦੀ। ਜਾਂ ਉਹਦੇ ਕੋਲੋਂ ਨਿੰਦਿਆ ਕਰਾ, ਫਿਰ ਤੇਰੀ ਇਹ ਵੀ ਖਤਮ ਹੋ ਜਾਵੇਗੀ। ਤੇ ਉਹ ਨਿੰਦਿਆ ਕਰਾਉਣ ਵਾਸਤੇ ਰਾਜਾ ਨਾ ਭੇਖ ਬਣਾ ਕੇ ਜ਼ਿਮੀਂਦਾਰ ਵਾਲਾ ਚਲਾ ਗਿਆ। ਤੇ ਜਾ ਕੇ ਉਸ ਤਰਖਾਣ ਨੂੰ ਕਹਿਣ ਲੱਗਾ ਵੀ ਇਹ ਜਿਹੜਾ ਆਪਣਾ ਰਾਜਾ ਬੜਾ ਦੁਸ਼ਟ ਹੈ, ਬੜਾ ਪਾਪੀ ਬੰਦਾ, ਬੜਾ ਕਰਮ ਕਰਦਾ ਹੈ, ਇਹ ਹੈ ਉਹ ਹੈ, ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਉਹਨੇ ਆਖਿਆ ਭਾਈ ਤੂੰ ਆਪਣੇ ਕੰਮ ਜਾ, ਜੇ ਕੋਈ ਮੇਰੇ ਤੋਂ ਕੰਮ ਕਰਾਉਣਾ ਕਰਾ ਲੈ, ਮੇਰੇ ਕੋਲ ਇੱਦਾਂ ਦੀਆਂ ਗੱਲਾਂ ਨਾ ਕਰ। ਰਾਜਾ ਆਪਣੀ ਥਾਂ 'ਤੇ ਜੋ ਮਰਜ਼ੀ ਕਰੇ, ਮੈਨੂੰ ਕੀ ਉਹਦਾ, ਹਾਂ ਮੇਰੇ ਜੀਵਨ ਬਾਰੇ ਕੋਈ ਤੈਨੂੰ ਹੈ ਲੱਗਦਾ ਦੱਸ ਦੇ, ਮੈਂ ਉਹਦਾ ਸੁਧਾਰ ਕਰ ਲਾਂਗਾ। ਬੜੇ ਯਤਨ ਕੀਤੇ ਪਰ ਉਹਨੇ ਇੱਕ ਵਾਰੀ ਵੀ ਨਹੀਂ ਆਖਿਆ ਰਾਜਾ ਮਾੜਾ ਹੈ। ਜਦੋਂ ਆਪਾਂ ਕਿਸੇ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਾਂ, ਆਪਾਂ ਵੀ ਨਾਲ ਉਸ ਪਾਪ ਦੇ ਦੋਸ਼ੀ ਹੋ ਜਾਂਦੇ ਹਾਂ। ਜਿਵੇਂ ਤੁਸੀਂ ਵੇਖਿਆ ਹੋਣਾ ਹੈ, ਜਦੋਂ ਜੱਜ ਫੈਸਲਾ ਕਰਦਾ ਹੈ, ਕੋਈ ਕਤਲ ਹੋਇਆ ਹੋਵੇ, ਜਿਹੜੇ ਬੰਦੇ ਨੇ ਕਤਲ ਕੀਤਾ ਉਹਨੂੰ ਤਾਂ ਪਕੜਿਆ ਹੀ, ਨਾਲ ਕਹਿੰਦੇ ਇਹਦੇ ਨਾਲ ਸਲਾਹ ਦੇਣ ਵਾਲੇ ਕੌਣ ਸੀ, ਉਹ ਨਾਂ ਲੈ ਦਿੰਦਾ ਜੀ ਮੈਨੂੰ ਫਲਾਣਾ ਸੀ ਮੇਰੇ ਨਾਲ। ਉਹ ਆ ਕੇ ਕਹਿਣ ਅਸੀਂ ਕੁਝ ਨਹੀਂ ਆਖਿਆ, ਅਸੀਂ ਤਾਂ ਬਸ ਇਹਦੇ ਨਾਲ ਇੱਦਾਂ ਗੱਲਬਾਤ ਕੀਤੀ ਸੀ। ਉਹ ਕਹਿੰਦੇ ਤੁਸੀਂ ਬਰਾਬਰ ਦੇ ਦੋਸ਼ੀ ਹੋ, ਭਾਵੇਂ ਕਤਲ ਨਹੀਂ ਕੀਤਾ, ਹਾਂ ਵਿੱਚ ਹਾਂ ਤਾਂ ਮਿਲਾਈ ਹੈ ਨਾਲ। ਇਸੇ ਤਰ੍ਹਾਂ ਆਪਾਂ ਭਾਵੇਂ ਨਿੰਦਿਆ ਨਹੀਂ ਕੀਤੀ, ਕਿਸੇ ਦੀ ਹਾਂ ਵਿੱਚ ਹਾਂ ਮਿਲਾ ਗਏ, ਹਾਂ ਠੀਕ ਹੈ ਬਸ ਇਹਦਾ ਦੋਸ਼, ਇਹਦਾ ਵੀ ਪਾਪ ਲੱਗ ਗਿਆ। ਉਹਨੇ ਨਿੰਦਿਆ ਨਾ ਕੀਤੀ, ਵਾਪਸ ਚਲਾ ਗਿਆ ਮਹਾਤਮਾ ਕੋਲ। ਮਹਾਤਮਾ ਕਹਿੰਦਾ ਵੀ ਇਹ ਤੇ ਤੈਨੂੰ ਖਾਣੀ ਪਵੇਗੀ। ਫਿਰ ਉਹ ਕਹਿੰਦੇ ਆਪਣੀ ਰੋਟੀ ਖਾਣ ਤੋਂ ਬਾਅਦ ਜਾਂ ਚੂਰਨ ਵਿੱਚ ਮਿਲਾ ਕੇ ਖਾਂਦਾ ਸੀ ਜਾਂ ਕਿਸੇ ਤਰੀਕੇ ਨਾਲ, ਤੇ ਬੜਾ ਰੋਂਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਗੁਰਮੁਖਾਂ ਨੂੰ ਸਮਝ ਆ ਗਈ, ਹੁਣ ਉਹ ਆਪਣੇ ਖੇਤ ਨੂੰ ਉਜੜਨ ਨਹੀਂ ਦਿੰਦੇ। ਉਹਨਾਂ ਨੇ ਸ਼ਬਦ ਦਾ ਅਭਿਆਸ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਉਹਨਾਂ ਦਾ ਖੇਤ ਉਜੜਦਾ ਨਹੀਂ ਹੈ। ਪੌੜੀ ਅਰਾਧੋ ਸੱਚਾ ਸੋਏ, ਸਭ ਕਿਛ ਜਿਸ ਪਾਸ। ਕੀ ਕਰਨਾ ਚਾਹੀਦਾ ਆਪਾਂ ਨੂੰ ਰੋਜ਼ ਕਿ ਆਪਾਂ ਨਿੰਦਿਆ ਚੁਗਲੀ ਤੋਂ ਬਚੇ ਰਹੀਏ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਪੀ ਜਾਇਆ ਕਰੋ, ਸਿਮਰਨ ਕਰਿਆ ਕਰੋ। ਉਸ ਵਾਹਿਗੁਰੂ ਦਾ ਸਿਮਰਨ ਕਰਨਾ ਜਿਹਦੇ ਕੋਲ ਸਾਰਾ ਕੁਝ ਹੀ ਹੈ, ਸਾਰੀਆਂ ਬਰਕਤਾਂ, ਸਾਰੀਆਂ ਦਾਤਾਂ ਹਨ। ਦੋਹਾਂ ਸਿਰਿਆਂ ਖਸਮ ਆਪ, ਖਿਨ ਮੈਂ ਕਰੇ ਰਾਸ। ਦੋਹਾਂ ਸਿਰਿਆਂ ਦਾ ਉਹ ਮਾਲਕ ਆਪ ਹੈ, ਲੋਕ ਪਰਲੋਕ ਦਾ ਮਾਲਕ ਉਹ ਆਪ ਹੈ। ਵਾਹ ਚੰਗੇ ਮਾੜੇ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਦੋਹਾਂ ਸਿਰਿਆਂ ਕਾ ਖਸਮ ਆਪ, ਖਿਨ ਮੈਂ ਕਰੇ ਰਾਸ। ਸਾਰੇ ਕੁਝ ਦਾ ਮਾਲਕ ਉਹ ਆਪ ਹੀ ਹੈ। ਗੁਰਮੁਖਾਂ ਦੇ ਕਾਰਜ ਖਿਨ ਵਿੱਚ ਰਾਸ ਕਰ ਦਿੰਦਾ ਹੈ। ਤਿਆਗੋ ਸਗਲ ਉਪਾਵ, ਤਿਸ ਕੀ ਓਟ ਗਹੋ। ਹੋਰ ਯਤਨ ਛੱਡ ਕੇ ਕੇਵਲ ਵਾਹਿਗੁਰੂ ਦੀ ਓਟ ਲੈ ਲਵੋ। ਵਾਹਿਗੁਰੂ ਦੀ ਓਟ ਵਿੱਚ ਜਿਹੜਾ ਰਹਿੰਦਾ ਹੈ, ਵਾਹਿਗੁਰੂ ਉਹਦੇ ਸਾਰੇ ਕਾਰਜ ਸਵਾਰ ਦਿੰਦਾ ਹੈ। ਪੋ ਸਰਨਾਈ ਭਜ, ਸੁਖੀਓ ਸੁਖ ਲੋ। ਔਰ ਸਮਾਂ ਬਹੁਤ ਘੱਟ ਹੈ। ਮਹਾਰਾਜ ਕਹਿੰਦੇ ਭੱਜ ਕੇ, ਭਾਵ ਬੜੀ ਛੇਤੀ ਨਾਲ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਵੋ। ਭਾਵ ਨਾਮ ਜਪਣ ਵਿੱਚ ਢਿੱਲ ਨਾ ਕਰੋ। ਬਾਣੀ ਪੜ੍ਹੋ, ਨਾਮ ਜਪੋ। ਇਹ ਨਹੀਂ ਵੀ ਚਲੋ ਕੱਲ੍ਹ ਤੋਂ ਸ਼ੁਰੂ ਕਰ ਲਾਂਗੇ। ਆਪਣਾ ਅਕਸਰ ਇਹੀ ਗੱਲ ਹੁੰਦੀ ਹੈ ਵੀ ਚਲੋ ਜੇ ਹੁਣ ਤੇ ਕਹਿੰਦਾ ਚਲੋ ਠਹਿਰ ਕੇ ਕਰ ਲੈਂਦੇ ਹਾਂ, ਘੰਟਾ ਕੁ ਨਿਤਨੇਮ ਵੀ ਨਾ ਥੋੜ੍ਹਾ ਠਹਿਰ ਕੇ ਕਰ ਲੈਂਦੇ ਹਾਂ। ਬਸ ਐਸਾ ਠਹਿਰਦਾ ਸਾਰਾ ਦਿਨ ਹੀ ਵਿਅਰਥ ਚਲਾ ਜਾਂਦਾ ਹੈ। ਨਾਮ ਜਪਣ ਦੇ ਵਿੱਚ ਆਲਸ ਨਹੀਂ ਕਰਨੀ ਵੀ ਕੱਲ੍ਹ ਨੂੰ ਜਪਾਂਗੇ ਜਾਂ ਠਹਿਰ ਕੇ ਕਰਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਵਿੱਚ ਬਚਨ ਕਰਦੇ ਨੇ ਵੀ ਜੇ ਤੇਰੇ ਮਨ ਵਿੱਚ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਚੰਗਾ ਕੰਮ ਕਰਨ ਦਾ, ਦਾਨ ਪੁੰਨ ਕਰਨ ਦਾ ਫੁਰਨਾ ਪੈਦਾ ਹੋਇਆ, ਉਸੇ ਵੇਲੇ ਕਰ ਲੈ। ਦੇਖੋ ਸਾਡੇ ਮਨ ਵਿੱਚ ਨਾ ਦੋ ਤਰ੍ਹਾਂ ਦੇ ਫੁਰਨੇ ਪੈਦਾ ਹੁੰਦੇ ਰਹਿੰਦੇ ਨੇ, ਚੰਗੇ ਵੀ ਤੇ ਮਾੜੇ ਵੀ। ਮਹਾਰਾਜ ਕਹਿੰਦੇ ਮਾੜਾ ਫੁਰਨਾ ਪੈਦਾ ਹੋਇਆ ਤੇ ਉਹਨੂੰ ਟਾਲ ਦੇ, ਉਹ ਨਾ ਕਰ, ਉਹਨੂੰ ਟਾਲ ਦੇ, ਜਿੰਨਾ ਹੋਵੇ ਟਾਲ ਦੇ ਉਹਨੂੰ। ਨੈ ਬਿਲੰਬ ਧਰਮੰ,
ਵਿਲੰਬ ਕਹਿੰਦੇ ਨੇ ਦੇਰੀ ਲਾਉਣ ਨੂੰ। ਧਰਮ ਦਾ ਕੋਈ ਵੀ ਫੁਰਨਾ ਪੈਦਾ ਹੋਇਆ ਹੈ, ਧਰਮ ਦਾ ਕੰਮ ਕਰਨਾ ਹੈ, ਗੁਰਦੁਆਰੇ ਜਾਣਾ ਹੈ, ਕਥਾ ਸੁਣਨੀ, ਕੀਰਤਨ ਸੁਣਨਾ ਹੈ, ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ, ਕੋਈ ਚੰਗਾ ਕਰਮ ਕਰਨਾ ਹੈ, ਕਿਸੇ ਗਰੀਬ ਦਾ ਭਲਾ ਕਰਨਾ ਹੈ, ਦੇਰੀ ਨਾ ਲਾ, ਕਰ ਦੇ। ਨੈ ਵਿਲੰਬ ਧਰਮੰ ਵਿਲੰਬ ਪਾਪੰ, ਪਾਪ ਅੰਦਰ ਫੁਰਨਾ ਪੈਦਾ ਹੋ ਗਿਆ, ਪਾਪ ਨੂੰ ਜ਼ਰੂਰ ਦੇਰੀ ਕਰ, ਸੋਚ ਲੈ, ਵਿਚਾਰ ਲੈ, ਟਾਲ ਦੇ ਵੀ ਚਲੋ ਪਾਪ ਫੁਰਨਾ ਵੀ ਚੱਲ ਅੱਜ ਨਹੀਂ ਕਰਦੇ ਫਿਰ ਵੇਖਾਂਗੇ, ਉਹਨੂੰ ਜਿੰਨਾ ਹੋਵੇ ਟਾਲ ਦੇ। ਵਿਲੰਬ ਪਾਪੰ ਦ੍ਰਿੜੰਤ ਨਾਮਕ ਤਯੰਤ ਲੋਭੰ, ਨਾਮ ਨੂੰ ਦ੍ਰਿੜ ਕਰੋ ਆਪਣੇ ਹਿਰਦੇ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਲਦੀ ਨਾਲ ਪੋ ਸਰਨਾਈ ਭਜ, ਸੁਖੀ ਹੋ ਸੁਖ ਲੋ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਸਾਰੇ ਕਰਮ ਧਰਮ ਹੋ ਜਾਂਦੇ ਨੇ, ਤਤ ਦਾ ਗਿਆਨ ਮਿਲ ਜਾਂਦਾ ਜਦੋਂ ਮਨੁੱਖ ਸੰਤਾਂ ਦੀ ਸੰਗਤ ਕਰਦਾ ਹੈ, ਨਾਮ ਦੇ ਅਭਿਆਸੀਆਂ ਦੀ ਸੰਗਤ ਕਰਦਾ ਹੈ। ਸੰਤਾਂ ਦਾ ਭਾਵ ਕੀ? ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਗੁਰਮੁਖ ਸਿਮਰਨ ਕਰਨ ਵਾਲੇ। ਜਿਵੇਂ ਆਪਾਂ ਹੁਣ ਸੰਤਾਂ ਦਾ ਸੰਗ ਕਰਨਾ ਹੋਵੇ, ਕਿੱਥੇ ਜਾਣਾ ਹੈ? ਸੰਗਤ ਵਿੱਚ ਆ ਜਾਵੋ। ਗੁਰੂ ਦੀ ਸੰਗਤ ਵਿੱਚ ਬੜੇ ਬੜੇ ਬਾਣੀ ਦੇ ਅਭਿਆਸੀ ਬੈਠੇ ਹੁੰਦੇ ਨੇ, ਬੜੀ ਬੜੀ ਸਾਧਨਾ ਵਾਲੇ ਬੈਠੇ ਹੁੰਦੇ ਨੇ। ਇੱਥੇ ਸਹਿਜ ਸੁਭਾਅ ਸਾਨੂੰ ਇਹ ਦਾਤ ਮਿਲ ਜਾਂਦੀ, ਕਿਤੇ ਲੱਭਣ ਦੀ ਲੋੜ ਨਹੀਂ ਪੈਂਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਮਨੁੱਖ ਸਤ ਸੰਗਤ ਕਰਦਾ ਹੈ, ਇਹਨੂੰ ਤਤ ਦਾ ਆਤਮਿਕ ਗਿਆਨ ਹੋ ਜਾਂਦਾ ਹੈ। ਜਪੀਏ ਅੰਮ੍ਰਿਤ ਨਾਮ ਵਿਘਨ ਨਾ ਲੱਗੈ ਕੋਏ। ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਜਪੀਏ, ਕਿਸੇ ਵੀ ਤਰ੍ਹਾਂ ਦਾ ਕੋਈ ਵਿਘਨ ਨਹੀਂ ਲੱਗਦਾ, ਕੋਈ ਵਿਘਨ ਨਹੀਂ ਵਿਆਪਦਾ। ਜਿਸਨੂੰ ਆਪ ਦਿਆਲ ਤਿਸ ਮਨ ਉਠਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਤੇ ਉਹ ਵਾਹਿਗੁਰੂ ਦਿਆਲ ਹੁੰਦਾ, ਉਹਦੇ ਮਨ ਵਿੱਚ ਆਪ ਆ ਕੇ ਵਸ ਜਾਂਦਾ ਹੈ। ਵਾਹਿਗੁਰੂ ਦਿਆਲੂ ਕਿਸ ਤੇ ਹੁੰਦਾ? ਜਿਹੜਾ ਉਹਦੇ ਮਾਰਗ ਤੇ ਤੁਰ ਪੈਂਦਾ ਹੈ। ਵਾਹਿਗੁਰੂ ਫਿਰ ਉਹਦੇ ਤੇ ਆਪ ਦਿਆਲ ਹੋ ਜਾਂਦਾ ਹੈ। ਤੁਸੀਂ ਕੋਈ ਵੀ ਕਰਮ ਕਰੋ ਨਾ, ਉਹ ਕਰਮ, ਉਹ ਵਸਤੂ ਤੁਹਾਡੇ ਤੇ ਦਿਆਲ ਹੋ ਜਾਵੇਗੀ ਜਦੋਂ ਤੁਸੀਂ ਉਹਦਾ ਵਾਰ-ਵਾਰ ਅਭਿਆਸ ਕਰੋਗੇ, ਉਹਨੂੰ ਯਾਦ ਕਰੋਗੇ। ਭਾਵੇਂ ਉਹ ਕੋਈ ਵੀ ਚੀਜ਼ ਹੈ, ਜਿਹਨੂੰ ਆਪਾਂ ਵਾਰ-ਵਾਰ ਯਾਦ ਕਰਾਂਗੇ, ਅਭਿਆਸ ਕਰਾਂਗੇ, ਉਹਨੂੰ ਫਿਰ ਉਹਦੀ ਸਾਨੂੰ ਫਿਰ ਦਇਆ ਪ੍ਰਾਪਤ ਹੋਣ ਲੱਗ ਜਾਂਦੀ ਹੈ। ਉਹ ਆਪਣੀ ਬਖਸ਼ਿਸ਼ ਕਰਨ ਲੱਗ ਜਾਂਦੀ ਹੈ। ਜਿਵੇਂ ਕੋਈ ਮਨੁੱਖ ਵਿਦਿਆ ਨੂੰ ਪੜ੍ਹੀ ਗਿਆ, ਵਿਦਿਆ ਉਹਦੇ ਤੇ ਦਿਆਲੂ ਹੋ ਗਈ, ਵਿਦਿਆ ਉਹਨੂੰ ਫਿਰ ਰਾਹ ਦੇ ਦਿੰਦੀ ਹੈ। ਦੁਨੀਆ ਦੀ ਕੋਈ ਵੀ ਚੀਜ਼ ਹੈ, ਜਦੋਂ ਆਪਾਂ ਉਹਦਾ ਅਭਿਆਸ ਕਰਨ ਲੱਗ ਪਏ, ਜਦੋਂ ਆਪਾਂ ਵੇਖੋ ਬਾਣੀ ਪੜ੍ਹਾਂਗੇ ਨਾ, ਪਹਿਲਾਂ ਆਪਾਂ ਨੂੰ ਬਾਣੀ ਦੀ ਨਹੀਂ ਸਮਝ ਨਹੀਂ ਹੁੰਦੀ। ਜਿਵੇਂ ਜਿਵੇਂ ਆਪਾਂ ਪ੍ਰੇਮ ਨਾਲ ਪੜ੍ਹੀ ਜਾਵਾਂਗੇ, ਬਾਣੀ ਵਿੱਚੋਂ ਆਪਾਂ ਨੂੰ ਅੰਦਰੋਂ ਸਮਝ ਆਉਣ ਲੱਗ ਜਾਂਦੀ। ਬਾਣੀ ਸਾਨੂੰ ਗਿਆਨ ਕਰਾਉਣ ਦੇ ਦਿੰਦੀ ਸਾਰਾ ਕੁਝ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਆਪਾਂ ਵਾਹਿਗੁਰੂ ਨੂੰ ਵਾਰ-ਵਾਰ ਯਾਦ ਕਰਾਂਗੇ, ਉਹ ਸਾਡੇ ਤੇ ਦਇਆ ਕਰੇਗਾ। ਜਿਵੇਂ ਗੁਰਬਾਣੀ ਵਿੱਚ ਬਚਨ ਆਉਂਦਾ, ਦਇਆ ਕਰੋ ਬਸੋ ਮਨ ਆਏ, ਮੋਹਿ ਨਿਰਗੁਣ ਲੀਜੈ ਲੜ ਲਾਏ। ਉਹ ਮਨ ਵਿੱਚ ਆ ਕੇ ਵਸ ਜਾਂਦਾ ਹੈ। ਪਾਈਨ ਸਭ ਨਿਧਾਨ ਸਾਹਿਬ ਤੁਠਿਆ। ਜਦੋਂ ਮਾਲਕ ਪ੍ਰਸੰਨ ਹੁੰਦਾ ਨਾ, ਦੁਨੀਆ ਦੀਆਂ ਲੋਕ ਪਰਲੋਕ ਦੀਆਂ ਸਾਰੀਆਂ ਦੌਲਤਾਂ, ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਨਮੁਖ ਦੀ ਅਵਸਥਾ ਵੀ ਦੱਸੀ ਹੈ ਔਰ ਗੁਰਮੁਖਾਂ ਦੀ ਅਵਸਥਾ ਵੀ ਮਹਾਰਾਜ ਨੇ ਦੱਸੀ ਹੈ। ਇਹ ਹੁਣ ਮਨੁੱਖ ਦਾ ਮਨ ਹੈ, ਜਿਹੜੇ ਪਾਸੇ ਮਰਜ਼ੀ ਤੁਰ ਪਵੇ। ਜੇ ਮਨਮੁਖਾਂ ਵਾਲੇ ਪਾਸੇ ਤੁਰੇਗਾ ਖੁਆਰ ਹੋਵੇਗਾ, ਗੁਰਮੁਖਾਂ ਵਾਲੇ ਪਾਸੇ ਚੱਲੇਗਾ ਜੀਵਨ ਸਫਲ ਹੋ ਜਾਵੇਗਾ ਔਰ ਜੀਵਨ ਦਾ ਸੁੱਖ ਪ੍ਰਾਪਤ ਹੋਵੇਗਾ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਕੇ ਗੁਰੂ ਵਾਲੇ ਬਣੀਏ, ਗੁਰਬਾਣੀ ਦੇ ਨਾਲ ਜੁੜੀਏ, ਲਾਹਾ ਲਈਏ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।